ਉਹਨਾਂ ਦਾ ਨਿਸ਼ਾਨਾ ਹੋਊਗਾ, ਪਰ ਸਾਰਿਆਂ ਦਾ ਨਿਸ਼ਾਨਾ ਇਹ ਨਹੀਂ ਹੈਗਾ। ਕੁਛ ਲੋਕ ਜਿਹੜੇ ਨੇ ਅਗਰ ਉਹ ਸੋਚ ਰੱਖਦੇ ਨੇ, ਤੇ ਅਸੀਂ ਤੇ ਡੈਮੋਕ੍ਰੇਸੀ ਅੰਦਰ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ, ਇੱਕ ਮੁਲਕ ਦੇ ਅੰਦਰ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਅਸੀਂ ਮੰਨਦੇ ਹਾਂ ਕਿ ਪਹਿਲਾਂ 1990 ਦੇ ਦਸ਼ਕ ਅੰਦਰ ਵੀ ਇਸੇ ਤਰ੍ਹਾਂ ਲੋਕਾਂ ਨੂੰ ਉਕਸਾ ਕੇ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੇ ਗਈਆਂ। ਕੁਛ ਲੋਕਾਂ ਨੇ ਇਸ ਗੱਲ ਨੂੰ ਮਹਿਸੂਸ ਨਹੀਂ ਸ਼ਾਇਦ ਕਰ ਸਕੇ ਕਿ ਅਸੀਂ ਜਿਸ ਰਾਹ ਤੇ ਚੱਲੇ ਉਹਦਾ ਅੰਜਾਮ ਦੇ ਨਾਲ ਕਿੰਨੇ ਲੋਕਾਂ ਦਾ ਨੁਕਸਾਨ ਹੋ ਸਕਦਾ, ਔਰ ਬਹੁਤ ਸਾਰੇ ਬੇਗੁਨਾਹ ਲੋਕ ਮਾਰੇ ਗਏ, ਬਹੁਤ ਸਾਰੇ ਜੇਲ੍ਹਾਂ 'ਚ ਚਲੇ ਗਏ। ਫਿਰ ਉਹਨਾਂ ਪਰਿਵਾਰਾਂ ਨੂੰ ਕਿਸੇ ਨੇ ਪੁੱਛਿਆ ਵੀ ਨਹੀਂ ਜਿਹੜੇ ਜੇਲ੍ਹਾਂ 'ਚ ਚਲੇ ਗਏ, ਜਿਹੜੇ ਮਾਰੇ ਗਏ। ਸੋ ਜੇ ਕੋਈ ਇਸ ਤਰ੍ਹਾਂ ਦੀ ਸੋਚ ਰੱਖਦਾ ਹੈ ਤੇ ਮੈਂ ਉਹਨੂੰ ਨਹੀਂ ਰੋਕ ਸਕਦਾ, ਲੇਕਿਨ ਮੈਂ ਇਹ ਮੰਨਦਾ ਕਿ ਇਹ ਸੋਚ ਦੇ ਨਾਲ ਅੱਜ ਪਹਿਲਾਂ ਅਰਦਾਸ ਅਸੀਂ ਕਰਦੇ ਸੀ ਕਿ ਜਿਹੜੇ ਸਥਾਨ ਪਾਕਿਸਤਾਨ 'ਚ ਰਹਿ ਗਏ ਨੇ, ਜਿਹੜੇ ਸਾਡੇ ਤੋਂ ਵਿਛੜੇ ਸਥਾਨ ਆ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਦਾ ਸਾਨੂੰ ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਮੌਕਾ ਦੇਣ। ਹੁਣ ਉਸ ਤੋਂ ਬਾਅਦ ਕਿਆ ਅਸੀਂ ਅਰਦਾਸ ਅੰਦਰ ਫਿਰ ਇਸ ਤਰੀਕੇ ਤੇ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਹਜ਼ੂਰ ਸਾਹਿਬ, ਨੰਦੇੜ ਸਾਹਿਬ, ਇਹ ਸਾਰੇ ਬਿਦੜ, ਕਿਆ ਹੁਣ ਪਟਨਾ ਸਾਹਿਬ, ਕਿਆ ਇਹ ਵੀ ਹੁਣ ਅਰਦਾਸ ਪਾਵਾਂਗੇ? ਅਸੀਂ ਸੋਚ ਰੱਖਦੇ ਹਾਂ। ਦੂਜੀ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਨਾਲ ਇਹਦਾ ਅਲਟੀਮੇਟਲੀ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਨੂੰ ਸ਼ੁਰੂ ਕੀਤਾ, ਉਹਦਾ ਖਮਿਆਜਾ ਕਿਹਨੂੰ ਭੁਗਤਣਾ ਪਿਆ? ਜਿਹੜੇ ਲੋਕ ਭਾਵੁਕ ਹੋ ਕੇ ਇਸ ਮੂਵਮੈਂਟ ਨਾਲ ਜੁੜ ਗਏ। ਜਿਹੜੇ ਲੋਕ ਇਹਨੂੰ ਚਲਾ ਰਹੇ ਸੀ ਉਹ ਤੇ ਬੜੇ ਸੂਝਵਾਨ ਤਰੀਕੇ ਦੇ ਨਾਲ ਵਿੱਚੋਂ ਬਾਹਰ ਮੱਖਣ ਚੋਂ ਜਿਵੇਂ ਕਹਿੰਦੇ ਨਾ ਵਾਲ ਨਿਕਲਦੇ ਨਿਕਲ ਗਏ ਬਾਹਰ, ਲੇਕਿਨ ਵਿਚਾਰੇ ਮਾੜੇ ਲੋਕ ਫਸ ਗਏ। ਜਿਹੜੇ ਸੀਗੇ ਸਿੱਧੇ ਸਾਦੇ ਲੋਕ ਸੀਗੇ ਉਹ ਮਾਰੇ ਵੀ ਗਏ ਤੇ ਜੇਲ੍ਹਾਂ 'ਚ ਵੀ ਫਸ ਗਏ। ਤੇ ਮੇਰਾ ਇਹ ਕਹਿਣਾ ਕਿ ਅੱਜ ਦੇ ਡੇਟ ਹਾਲਾਤ ਵੀ ਜਿਹੜਾ ਪੰਜਾਬ ਦੇ ਲੋਕ ਇਸ ਤਰ੍ਹਾਂ ਦਾ ਕੁਛ ਨਹੀਂ ਚਾਹੁੰਦੇ, ਦੇਸ਼ ਦੇ ਲੋਕ ਸਿੱਖ ਇਸ ਤਰ੍ਹਾਂ ਕੁਛ ਨਹੀਂ ਚਾਹੁੰਦੇ। ਠੀਕ ਆ, ਜਿਹੜੇ ਕੁਛ ਲੋਕ ਨੇ ਉਹਨਾਂ ਦਾ ਪਿੱਛੇ ਕਿਉਂ ਨੇ, ਕੀ ਉਹਨਾਂ ਦਾ ਕਿਉਂ ਮੰਤਵ ਆ, ਇਹ ਤੇ ਉਹੀ ਦੱਸ ਸਕਦੇ ਨੇ ਕਿ ਸੋਚ ਦੇ ਕਾਰਨ ਇਸ ਗੱਲ ਕਰਦੇ। ਬਿਲਕੁਲ ਬਿਲਕੁਲ ਇਹੀ ਸਵਾਲ ਲੈਣੇ ਅਸੀਂ ਪ੍ਰੋਫੈਸਰ ਮੋਹਿੰਦਰਪਾਲ ਸਾਡੇ ਨਾਲ ਜੁੜੇ ਹੋਏ ਨੇ ਸਿਰਸਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ। ਪ੍ਰੋਫੈਸਰ ਸਾਹਿਬ, ਮਨਜਿੰਦਰ ਸਿੰਘ ਸਿਰਸਾ ਜਿਹੜੀ ਗੱਲ ਕਹਿ ਰਹੇ ਸੀਗੇ, ਉਸੇ ਗੱਲ ਤੇ ਸਵਾਲ ਹੈਗਾ ਹੈ ਕਿ ਥੋਟ ਪ੍ਰੋਸੈਸ ਠੀਕ ਹੈ, ਇੱਕ ਥੋਟ ਪ੍ਰੋਸੈਸ ਕਿਸੇ ਦਾ ਪਰਸਨਲ ਵੀ ਹੋ ਸਕਦਾ ਹੈ, ਕਿਸੇ ਜਥੇਬੰਦੀ ਦਾ ਵੀ ਹੋ ਸਕਦਾ ਹੈ, ਪਰ ਜਿਹੜੇ ਆਗੂ ਸਾਡੇ ਨਾਲ ਜੁੜੇ, ਜਦੋਂ ਸਿੱਖ ਆਗੂ ਹੀ ਭਾਵੇਂ ਉਹ ਕਿਸੇ ਵੀ ਸਿਆਸੀ ਧਿਰ ਦੇ ਨਾਲ ਸੰਬੰਧ ਰੱਖਦੇ ਹੋਣ, ਜਦੋਂ ਉਹ ਇਸ ਥੋਟ ਪ੍ਰੋਸੈਸ ਦੇ ਨਾਲ ਇਤਫਾਕ ਨਹੀਂ ਰੱਖਦੇ ਤਾਂ ਉਸ ਸਿਚੁਏਸ਼ਨ ਦੇ ਵਿੱਚ, ਉਸ ਹਾਲਾਤ ਦੇ ਵਿੱਚ ਖਾਲਿਸਤਾਨ ਦੇ ਥੋਟ ਪ੍ਰੋਸੈਸ ਨੂੰ ਅੱਗੇ ਤੱਕ ਲੈ ਕੇ ਜਾਣਾ ਔਰ ਇਹ ਦਾਅਵਾ ਕਰਨਾ ਕਿ ਅਸੀਂ ਹਾਸਿਲ ਕਰਕੇ ਰਵਾਂਗੇ, ਇਸ ਨੂੰ ਅਸੀਂ ਕਿਸ ਤਰੀਕੇ ਸਮਝੀਏ? ਪ੍ਰੋਫੈਸਰ ਸਾਹਿਬ ਦੇਖੋ, ਸਿਰਸਾ ਸਾਹਿਬ ਹਜੇ ਮੈਨੂੰ ਇਹ ਨਹੀਂ ਦੱਸ ਸਕਣਗੇ ਕਦੇ ਵੀ ਕਿ ਉਹਨਾਂ ਦੀ ਅਗਲੀ ਪਾਰਟੀ ਕਿਹੜੀ ਹੋਏਗੀ, ਕਿਉਂਕਿ ਤੁਸੀਂ ਅੱਜ ਉਹਨਾਂ ਤੋਂ ਲੈ ਰਹੇ ਹੋ ਕਮੈਂਟ, ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕਮੈਂਟ ਦੇ ਰਹੇ ਨੇ, ਕੱਲ ਉਹ ਬਾਦਲ ਦਲ ਵੱਲੋਂ ਕਮੈਂਟ ਦੇ ਰਹੇ ਸੀ, ਇਸੇ ਤਰ੍ਹਾਂ ਬਾਕੀ। ਪਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਤਾਂ 1981 ਚ ਸੰਤ ਜਰਨੈਲ ਸਿੰਘ ਨੂੰ ਮਿਲਿਆ ਸੀ, ਅੱਜ 2023 ਹੈ, ਪੂਰਾ 43ਵਾਂ ਸਾਲ ਚੱਲ ਰਿਹਾ ਹੈ, ਉੱਥੇ ਹੀ ਖੜਾ ਹੈ। ਸੋ ਕ੍ਰੈਡੀਬਿਲਿਟੀ ਤਾਂ ਦੇਖਿਆ ਕਰੋ ਨਾ ਤੁਸੀਂ ਚੈਨਲਾਂ ਵਾਲੇ, ਵੀ ਤੁਹਾਡਾ ਚੈਨਲ ਵੀ ਹਜੇ ਬਹੁਤ ਬਾਅਦ ਚ ਬਣਿਆ, ਪਰ ਸਾਡੀ ਤਾਂ ਲੜਾਈ ਬਹੁਤ ਲੰਮੀ ਚੱਲਦੀ ਆ ਰਹੀ ਹੈ। ਜਦੋਂ ਅਬਦਾਲੀ ਨੇ ਅੱਧੀ ਕੌਮ ਮਾਰਤੀ ਸੀ ਤਾਂ ਜਿਹੜੇ ਲੋਕ ਉਸ ਵਕਤ ਹਕੂਮਤ ਨਾਲ ਚੱਲਦੇ ਸੀ ਉਹ ਇਹ ਕਹਿ ਰਹੇ ਹੋਣਗੇ ਕਿ ਇਹਨਾਂ ਨੇ ਭੜਕਾ ਕੇ ਅੱਧੀ ਕੌਮ ਮਾਰਤੀ। ਜਿਸ ਤਰ੍ਹਾਂ ਅੱਜ ਸੰਤ ਜਰਨੈਲ ਸਿੰਘ ਨੂੰ ਕਹਿ ਰਹੇ ਨੇ, ਜਾਂ 90 ਦੀ ਗੱਲ ਕੀਤੀ ਹੈ ਸਿਰਸਾ ਸਾਹਿਬ ਨੇ, ਉਦੋਂ ਅਬਦਾਲੀ ਨੂੰ ਨੇ ਜਦੋਂ ਮਾਰੇ ਨਾ ਸਿੱਖ, 35,000 ਸਿੱਖ ਇੱਕ ਦਿਨ ਚ ਮਾਰਿਆ। ਇਹ ਇਤਿਹਾਸ ਕਹਿੰਦਾ ਹਜੇ 5 ਦਿਨ ਪਹਿਲਾਂ ਆ ਕੁਤਬੇ ਸਾਡੇ ਇਮਾਨ ਸਿੰਘ ਮਾਨ ਉੱਥੇ ਬੋਲ ਕੇ ਆਏ ਨੇ, ਉਸ ਦਿਨ ਦੇ ਉੱਤੇ ਵੱਡੇ ਘੱਲੂਘਾਰੇ ਜਿਹਨੂੰ ਕਹਿੰਦੇ ਆ। ਪਰ ਜੇ ਸਿਰਸਾ ਸਾਹਿਬ ਹੁੰਦੇ ਨਾ, ਉਹ ਕਹਿਣਾ ਸੀ ਇਹ ਤਾਂ ਭੜਕਾ ਕੇ ਜੱਸਾ ਸਿੰਘ ਆਹਲੂਵਾਲੀਆ ਸਾਹਿਬ ਨੇ ਤੇ ਹੋਰ ਨੇ ਇਹ ਭੜਕਾ ਕੇ ਮਰਵਾਤੇ ਹਕੂਮਤ ਤੋਂ। ਅੱਜ ਵੀ ਹਕੂਮਤ ਮਾਰ ਰਹੀ ਹੈ। ਜਿਹੜਾ 10 ਸਾਲ ਚੱਲਿਆ ਹੈ ਸੰਘਰਸ਼, ਸਿਰਸਾ ਸਾਹਿਬ ਕਹਿੰਦੇ ਉਹ ਵਿਚਾਰੇ ਗਰੀਬ ਮਾਰੇ ਗਏ, ਨਾ ਤਾਂ ਖਾਲਿਸਤਾਨੀ ਗਰੀਬ ਨੇ ਸਿਰਸਾ ਸਾਹਿਬ, ਨਾ ਉਹ ਵਿਚਾਰੇ ਨੇ। ਮਾਨੋ ਚਾਲ ਸਾਹਿਬ ਤੋਂ ਲੈ ਕਰਕੇ ਤੇ 94-95 ਤੱਕ ਜਦੋਂ ਇਹ ਬੇਨਤਾ ਸੋਧਿਆ ਆਪਣਾ ਬੁੱਚੜ ਜਿਹੜਾ ਚੀਫ ਮਿਨਿਸਟਰ ਸੀਗਾ, ਇਹ ਵਿਚਾਰੇ ਲੋਕ ਨਹੀਂ ਸੀ ਸਿਰਸਾ ਸਾਹਿਬ, ਥੋੜਾ ਜਿਹਾ ਸਮਝ ਕੇ ਬੋਲੋ। ਇਹ ਸੰਘਰਸ਼ੀ ਲੋਕ ਨੇ, ਇਹ ਜਹਾਦੀ ਲੋਕ ਨੇ, ਇਹ ਅੱਜ ਵੀ ਜਹਾਦੀ ਨੇ। ਅੱਜ ਅਸੀਂ ਲੋਕਤੰਤਰੀ ਤਰੀਕੇ ਨਾਲ ਲੜ ਰਹੇ ਹਾਂ, ਸਾਨੂੰ ਆਪਣੇ ਲੋਕਤੰਤਰੀ ਤਰੀਕੇ ਨਾਲ ਲੜਨ ਦਿਓ, ਸਾਨੂੰ ਹੋਰ ਕੋਈ ਲਕਬ ਨਾ ਦਿਓ, ਸਾਨੂੰ ਕਹੋ ਕਿ ਅਸੀਂ ਖਾਲਿਸਤਾਨੀ ਹਾਂ। ਹਾਂ, ਮੈਂ ਐਂਕਰ ਸਾਹਿਬ ਦਾ ਇਹ ਜਵਾਬ ਦਿੰਦਾ ਕਿ ਕੁਝ ਸਿੱਖ ਲੋਕ, ਇਹ ਗੱਲ ਮੈਂ ਮੰਨਦਾ ਕਿ ਪਿਛਲੇ ਸਮੇਂ ਦੇ ਵਿੱਚ ਸਾਡੀ ਸੋਚ ਮੁਤਾਬਕ ਹੁਕਮਰਾਨਾਂ ਦੇ ਥੱਲੇ ਲੱਗਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੈ, ਸਿੱਖਾਂ ਵਿੱਚੋਂ ਵੀ ਵਧੀ ਹੈ, ਹੋਰਾਂ ਵਿੱਚੋਂ ਵੀ ਵਧੀ ਹੈ, ਸਿੱਖਾਂ ਵਿੱਚੋਂ ਵੀ ਵਧੀ ਹੈ। ਅਸੀਂ ਉਸ ਤਰ੍ਹਾਂ ਨਾਲ ਘੱਟ ਗਿਣਤੀ ਹੋਏ ਹਾਂ, ਸਿੱਖਾਂ ਵਿੱਚੋਂ ਰਹਿ ਕੇ ਵੀ ਸਿੱਖ ਘੱਟ ਗਿਣਤੀ ਹੋਏ ਹਾਂ ਕਿ ਅਸੀਂ ਅਕੀਦਤ ਦਾ
ਜਿਹੜਾ ਮਤਲਬ ਕਿ ਫੈਲਾਓ ਹੈ ਉਹ ਬਹੁਤਾ ਨਹੀਂ ਕਰ ਸਕੇ, ਕਿਉਂਕਿ ਹਰ ਤਰ੍ਹਾਂ ਦਾ ਸੋਰਸ ਜਿਹੜਾ ਹੈ ਉਹ ਸਟੇਟ ਆਪਣੇ ਅੰਡਰ ਕਰੀ ਜਾ ਰਹੀ ਹੈ ਤੇ ਲੋਕ ਅੱਜ ਪਦਾਰਥਵਾਦੀ ਯੁੱਗ ਦੇ ਵਿੱਚ ਰਹਿ ਰਹੇ ਨੇ ਤੇ ਉਹ ਸੋਰਸਸ ਦੇ ਅਧੀਨ ਚੱਲਦੇ ਨੇ। ਇਸ ਕਰਕੇ ਉਹ ਗਿਣਤੀ ਘਟੀ ਜ਼ਰੂਰ ਹੈ, ਪਰ ਸਿਰਸਾ ਸਾਹਿਬ ਇਹ ਸਾਨੂੰ ਕਹਿ ਦੇਣ ਕਿ ਗਰੀਬ ਦੇ ਵਿਚਾਰੇ ਮਾਰੇ ਗਏ। ਮੈਂ ਨਾ ਗਰੀਬ ਸਾਂ ਨਾ ਮੈਂ ਵਿਚਾਰਾ, ਮੈਂ ਯੂਨੀਵਰਸਿਟੀ ਦਾ ਪ੍ਰੋਫੈਸਰ ਹਾਂ, ਮੇਰੀ ਮਿਸਿਸ ਐਮਫਿਲ ਹੈ, ਮੈਂ ਐਮਫਿਲ 90। ਜਦੋਂ ਦੀ ਇਹ ਗੱਲ ਕਰਦੇ ਨੇ ਅਸੀਂ ਤਾਂ ਸਟੇਟ ਅੱਗੇ ਝੁਕੇ ਨਹੀਂ, ਉਸ ਕਰਕੇ ਅਸੀਂ ਆਰਥਿਕ ਤੌਰ ਤੇ ਗਰੀਬ ਹੋਏ ਹਾਂ। ਅਸੀਂ ਵਿਚਾਰੇ ਨਹੀਂ ਹਾਂ, ਅਸੀਂ ਗਰੀਬ ਨਹੀਂ ਹਾਂ, ਹਾਂ ਅਸੀਂ ਖਾਲਿਸਤਾਨੀ ਹੈਗੇ ਹਾਂ ਜੀ। ਪ੍ਰੋਫੈਸਰ ਸਾਹਿਬ ਇੱਕ ਦਾਵਾ ਇਹ ਵੀ ਕੀਤਾ ਜਾਂਦਾ, ਤੁਸੀਂ ਕਿਹਾ ਕਿ ਬਹੁਤ ਸਾਰੀ ਘੱਟ ਗਿਣਤੀ ਜਿਹੜੀ ਹੈ ਉਹ ਇਸ ਕਰਕੇ ਵੀ ਰਹੀ ਹੈ ਕਿ ਬਹੁਤ ਸਾਰੇ ਹੁਕਮਰਾਨਾਂ ਵਾਲੇ ਪਾਸੇ ਨੂੰ ਚਲੇ ਗਏ, ਬਹੁਤ ਸਾਰੇ ਅਜਿਹੇ ਸਿੱਖ ਲੋਕ ਵੀ ਨੇ ਜਿਹੜੇ ਉਹਨਾਂ ਵਾਲੇ ਪਾਸੇ ਚਲੇ ਗਏ। ਲੇਕਿਨ ਇੱਕ ਦਾਵਾ ਇਹ ਵੀ ਕੀਤਾ ਜਾਂਦਾ, ਭਾਵੇਂ ਉਹ ਕੋਈ ਰਿਟਾਇਰਡ ਅਫਸਰ ਹੋਣ, ਭਾਵੇਂ ਕਈ ਸਾਰੇ ਸਿਆਸਤਦਾਨ ਹੋਣ, ਇੱਕ ਦਾਵਾ ਇਹ ਵੀ ਕੀਤਾ ਜਾਂਦਾ ਕਿ ਜੋ ਗਿਣਤੀ ਹੁਣ ਨਜ਼ਰ ਆਉਂਦੀ ਹੈ ਤੁਹਾਡੇ ਨਾਲ, ਉਹ ਤਬਕਾ ਹੈ ਜਾਂ ਉਹ ਨੌਜਵਾਨ ਨੇ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਹੈ, ਪੜ੍ਹਾਈ ਨਹੀਂ ਹੈ, ਰੋਜ਼ਗਾਰ ਨਹੀਂ ਹੈ, ਅਜਿਹੀਆਂ ਚੀਜ਼ਾਂ ਦੀ ਅਣਹੋਂਦ ਦੇ ਵਿੱਚ ਉਹ ਇਸ ਪਾਸੇ ਵੱਲ ਨੂੰ ਚਲੇ ਜਾਂਦੇ ਨੇ ਜਾਂ ਤੁਹਾਡੇ ਪਾਸੇ ਵੱਲ ਨੂੰ ਆ ਜਾਂਦੇ ਨੇ। ਦੇਖੋ ਹੁਣੇ ਥੋੜੀ ਦੇਰ ਪਹਿਲਾਂ ਪਪਰਪ੍ਰੀਤ ਬੋਲ ਕੇ ਗਏ ਸੀਗੇ, ਉਹਨਾਂ ਨੇ ਇੱਕ ਉਦਾਹਰਨ ਦਿੱਤੀ ਸੀ ਕਿ ਜਦੋਂ ਸਟੇਟ ਦਾ ਪੂਰਾ ਜ਼ਬਰ ਸਾਡੇ ਉੱਪਰ ਸੀਗਾ ਪਰ ਇਖਲਾਕ ਨੂੰ ਜਿਉਂਦਾ ਰੱਖਣ ਵਾਲੀਆਂ ਲਹਿਰਾਂ ਵੀ ਨਾਲ ਚੱਲ ਰਹੀਆਂ ਸੀ, ਤਾਂ ਤੂਫਾਨ ਸਿੰਘ ਤੂਫਾਨ ਦੇ ਭੋਗ ਤੇ 5 ਲੱਖ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਵੀ ਲੋਕ ਭੋਗ ਤੇ ਆਏ ਸੀ। ਤੇ ਇਸ ਗੱਲ ਨੂੰ ਹਰਭਜਨ ਲਾਖਾ ਜੀ ਨੇ ਬਤੌਰ MP YouTube ਤੇ ਪਿਆ ਪਾਰਲੀਮੈਂਟ ਦਾ ਲੈਕਚਰ ਉਹਨਾਂ ਦਾ ਕਿ ਤੁਸੀਂ ਅੱਤਵਾਦੀ ਹੋ ਕਿ ਉਹ ਅੱਤਵਾਦੀ ਨੇ, ਕਿਉਂਕਿ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ। ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦੇ ਭੋਗਾਂ ਤੇ 5 ਲੱਖ ਲੋਕ ਆ ਰਹੇ ਨੇ ਤੇ ਤੁਹਾਡੇ ਭੋਗਾਂ ਤੇ 200 ਲੋਕ ਆ ਰਹੇ ਨੇ। ਇਹ ਗੱਲ ਹਰਭਜਨ ਲਾਖਾ ਜੀ ਨੇ ਇੰਡੀਅਨ ਪਾਰਲੀਮੈਂਟ ਦੇ ਵਿੱਚ ਰਿਕਾਰਡਡ ਹੈ ਬਤੌਰ MP। ਸੋ ਮੈਂ ਇਹ ਗੱਲ ਕਹਿਣਾ, ਇਹ ਮੂਵਮੈਂਟਾਂ ਵੱਧਦੀਆਂ ਘਟਦੀਆਂ ਰਹਿੰਦੀਆਂ ਨੇ। ਜੇ ਅਬਦਾਲੀ ਨੇ 35,000 ਬੰਦਾ ਮਾਰਤਾ ਤੇ 3 ਮਹੀਨੇ ਬਾਅਦ ਅਬਦਾਲੀ ਨੂੰ ਭਜਾਇਆ ਵੀ ਉਹਨਾਂ ਘੱਟ ਗਿਣਤੀ ਲੋਕਾਂ ਨੇ ਹੈ। ਸੋ ਇਹ ਗੱਲ ਦੇਖੋ, ਇੱਕ ਡਿਬੇਟ ਦੇ ਵਿੱਚ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ। ਮੇਰੀ ਬੇਨਤੀ ਹੈ, ਜਿਹੜੀ ਗੱਲ ਤੋਂ ਤੁਸੀਂ ਅਮਿਤ ਸ਼ਾਹ ਜੀ ਦੇ ਬਿਆਨ ਤੋਂ ਗੱਲ ਸ਼ੁਰੂ ਕੀਤੀ ਸੀ ਨਾ, ਉੱਥੇ ਤਾਂ ਇੰਨੀ ਗੱਲ ਹੀ ਹੈਗੀ ਆ, ਅਮਿਤ ਸ਼ਾਹ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਬਤੌਰ ਗ੍ਰਹਿ ਮੰਤਰੀ ਉਹਨਾਂ ਨੇ ਦਿੱਤਾ। ਪਰ ਮੈਂ ਇਹ ਗੱਲ ਕਹਿਣਾ ਕਿ ਇੱਥੇ ਖਾਲਿਸਤਾਨੀਆਂ ਨੂੰ ਪਹਿਲਾਂ ਤਾਂ ਜਿਹੜੀ ਵੀ ਬੀਬੀ ਜੀ ਜਿਹੜੇ ਅਮਿਤ ਸ਼ਾਹ ਦੇ ਇੰਟਰਵਿਊ ਲੈ ਰਹੇ ਸੀ, ਉਹਨਾਂ ਨੇ ਲਫ਼ਜ਼ ਹੀ ਇਹ ਕਿਹਾ ਕਿ ਅੱਤਵਾਦੀ ਕਰ ਰਹੇ ਐਂਡ ਪੀਸਫੁਲੀ। ਖਾਲਿਸਤਾਨ ਦੀ ਜਿਹੜੀ ਮੂਵਮੈਂਟ ਹੈ, ਖਾਲਿਸਤਾਨ ਦਾ ਜਿਹੜਾ ਪ੍ਰਚਾਰ ਹੈ ਜਾਂ ਖਾਲਿਸਤਾਨ ਦੇ ਨਾਮ ਤੇ ਜਿਹੜੀਆਂ ਇਲੈਕਸ਼ਨਾਂ ਲੜਨੀਆਂ ਨੇ, ਅਸੀਂ ਉਹ ਸਾਰੀ ਗੱਲ ਅਸੀਂ ਕਰ ਸਕਦੇ ਹਾਂ, ਕਰ ਰਹੇ ਹਾਂ। ਪਲੀਜ਼ ਇਹ ਗੱਲ ਕਹਿਣਾ ਮੈਂ ਕਰ ਰਹੇ ਹਾਂ। ਸਾਨੂੰ ਗੈਰ ਕਾਨੂੰਨੀ ਗੱਲਾਂ ਦੇ ਵਿੱਚ ਨਾ ਪਾਉਣ ਇਹ ਸਾਰੇ ਲੋਕ। ਅਸੀਂ ਆਪਣੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਮੂਵਮੈਂਟ ਨੂੰ, ਆਪਣੀ ਜਜ਼ਬਾਤ ਨੂੰ ਅੱਗੇ ਲੈ ਕੇ ਜਾ ਰਹੇ ਤੇ ਦੁਨੀਆ ਭਰ 'ਚ ਸਾਨੂੰ ਸਹਿਯੋਗ ਮਿਲ ਰਿਹਾ ਹੈ। ਠੀਕ, ਮਨਜਿੰਦਰ ਸਿਰਸਾ ਸਾਹਿਬ, ਠੀਕ, ਮਨਜਿੰਦਰ ਸਿਰਸਾ ਸਾਹਿਬ, ਇੱਕ ਸਵਾਲ ਅਸੀਂ ਹਰਜੀਤ ਗਰੇਵਾਲ ਸਾਹਿਬ ਨੂੰ ਵੀ ਕੀਤਾ ਸੀਗਾ, ਉਸ ਦਾ ਜਵਾਬ ਜਿਹੜਾ ਹੈਗਾ ਉਸ ਵੇਲੇ ਨਹੀਂ ਆਇਆ। ਤੁਹਾਨੂੰ ਮੈਂ ਉਹੀ ਸਵਾਲ ਕਰ ਰਿਹਾ। ਪ੍ਰੋਫੈਸਰ ਮਹਿੰਦਰਪਾਲ ਹੋਰੀ ਥੋੜੀ ਦੇਰ ਪਹਿਲਾਂ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਉਹਨਾਂ ਦੇ ਨਾਲ, ਤਾਂ ਉਸ ਚਰਚਾ ਦੇ ਵਿੱਚੋਂ ਇੱਕ ਪੁਆਇੰਟ ਇਹ ਵੀ ਨਿਕਲਿਆ ਸੀ ਕਿ ਜਦੋਂ ਬੀਜੇਪੀ ਦੇ ਆਗੂ ਜਾਂ ਬੀਜੇਪੀ ਨਾਲ ਜੁੜੀਆਂ ਜਥੇਬੰਦੀਆਂ ਦੇ ਆਗੂ ਹਿੰਦੂ ਰਾਸ਼ਟਰ ਦੀ ਮੰਗ ਕਰ ਸਕਦੇ ਨੇ ਸ਼ਰੇਆਮ, ਖੁੱਲ੍ਹੇਆਮ, ਵੱਖ-ਵੱਖ ਮੰਚਾਂ ਤੋਂ ਜਾ ਕੇ, ਤਾਂ ਫਿਰ ਅਸੀਂ ਸਿੱਖ ਰਾਸ਼ਟਰ ਦੀ ਮੰਗ ਕਰਦੇ ਹਾਂ, ਤਾਂ ਫਿਰ ਉਸ ਦੇ ਵਿੱਚ ਗਲਤ ਕੀ ਹੈ? ਨਹੀਂ ਦੇਖੋ, ਦੋਵਾਂ ਹੀ ਚੀਜ਼ਾਂ ਗਲਤ ਨੇ। ਦੇਖੋ, ਇੱਕ ਡੈਮੋਕ੍ਰੇਸੀ ਦੇ ਅੰਦਰ ਕਹਿਣ ਦਾ ਸਭ ਨੂੰ, ਬੋਲਣ ਦਾ ਸਭ ਨੂੰ ਅਧਿਕਾਰ ਹੈਗਾ ਹੈ। ਹੁਣ ਇੱਥੇ ਸਰਦਾਰ ਮਹਿੰਦਰਪਾਲ ਸਿੰਘ ਜੀ ਬੋਲ ਰਹੇ ਨੇ, ਉਹਨਾਂ ਤੋਂ ਜੋ ਵੀ ਜੀ ਕਰੇਗਾ ਉਹ ਬੋਲ ਸਕਦੇ ਨੇ, ਪਰ ਲੋਕਾਂ ਦੀ ਭਾਵਨਾਵਾਂ ਕੀ ਨੇ? ਸਿੱਖ ਬੀਂਗਾ ਸਿੱਖ ਹੋਣ ਦੇ ਨਾਤੇ ਜ਼ਰੂਰੀ ਨਹੀਂ ਕਿ ਸਾਰਿਆਂ ਦੀ ਮਹਿੰਦਰਪਾਲ ਜੀ ਦੀ ਭਾਵਨਾ ਹੋਵੇ ਔਰ ਸਾਰਿਆਂ ਦੀ ਮਨਜਿੰਦਰ ਸਿੰਘ ਸਿਰਸਾ ਦੀ ਭਾਵਨਾ ਹੋਵੇ, ਵੀ ਨਹੀਂ ਹੋ ਸਕਦਾ। ਠੀਕ ਆ, ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਤੇ ਇਸੇ ਤਰ੍ਹਾਂ ਸਾਨੂੰ ਵੀ ਆਪਣੀ ਗੱਲ ਕਹਿਣ ਦਾ ਅਧਿਕਾਰ ਆ। ਪਰ ਦੇਸ਼ ਦੇ ਅੰਦਰ ਬਹੁਤ ਗਿਣਤੀ ਲੋਕ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਇਸ ਤਰ੍ਹਾਂ ਦੇ ਹਾਲਾਤ ਕੋਈ ਬਣਨ ਜਿਹਦੇ ਅੰਦਰ ਖੂਨ ਖਰਾਬਾ ਹੋਵੇ, ਲੋਕ ਪਹਿਲਾਂ ਮਾਰੇ ਗਏ। ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ, ਅੱਜ ਗੁਰਪ੍ਰੀਤ ਸਿੰਘ ਖਹਿਰਾ ਦੀ ਥੋੜੇ ਦਿਨ ਪਹਿਲਾਂ, ਪਰਸੋਂ ਦੀ ਮੈਂ ਕਿਹਾ ਸ਼ਾਇਦ ਤੁਹਾਡੇ TV ਚੈਨਲ ਤੇ ਵੀ ਸੀ, ਸਿੱਖ ਚੈਨਲ ਤੇ ਦੇਖ ਰਿਹਾ ਸੀ ਉਹਨਾਂ ਦੇ ਇੰਟਰਵਿਊ, ਤੇ ਉਹਨਾਂ ਨੇ ਵੀ ਕਿਹਾ ਕਿ ਯਾਰ ਦੇਖੋ, ਸਾਨੂੰ ਇਹ ਰਿਪਰੈਜ਼ੈਂਟ ਨਹੀਂ ਕਰਦੇ। ਅਸੀਂ ਜੇਲ੍ਹਾਂ 'ਚ ਗਏ, ਅਸੀਂ ਜੇਲ੍ਹਾਂ ਕੱਟੀਆਂ, ਪਰ ਇਹ ਸਾਡਾ ਮਿਸ਼ਨ ਨਹੀਂ ਹੈਗਾ। ਹੁਣ ਦੇਖੋ, ਕਿਤੇ ਨਾ ਕਿਤੇ ਹਰ ਇਨਸਾਨ ਦੀ ਆਪਣੀ ਇੱਕ ਸੋਚ ਤੇ ਹੈ ਨਾ। ਜੇ ਆਪਾਂ ਉਹਨੂੰ ਕਹੀਏ ਕਿ ਨਹੀਂ ਤੇਰੀ ਸੋਚ, ਅਸੀਂ ਆਪਣੀ ਸੋਚ ਤੇਰੇ ਤੇ ਥੋਪਾਂਗੇ, ਮੈਨੂੰ ਲੱਗਦਾ ਉਹ ਵੀ ਗੱਲ ਗਲਤ ਨਹੀਂ ਹੈ, ਗਲਤ ਹੋਊਗਾ। ਸੋ ਜਿਹੜਾ ਅੱਜ ਬੈਠੇ ਨੇ
ਉਹਨਾਂ ਦੀ ਆਪਣੀ ਸੋਚ ਆ, ਸਾਡੀ ਵੀ ਇਸੇ ਤਰੀਕੇ ਆਪਣੀ ਸੋਚ ਹੈਗੀ ਆ। ਸੋ ਪੰਜਾਬ ਦੇ ਅੰਦਰ ਬਹੁ ਗਿਣਤੀ ਲੋਕ ਜਿਹੜੇ ਨੇ ਉਹਨਾਂ ਦੀ ਕੀ ਸੋਚ ਆ, ਉਹਨਾਂ ਦੀ ਆਪਣੀ ਸੋਚ ਆ। ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਹਾਲਾਤ ਦੁਬਾਰਾ ਵਿਗੜਨ, ਕੋਈ ਵੀ ਨਹੀਂ ਚਾਹੁੰਦਾ। ਸ਼ਾਂਤੀ ਪ੍ਰਿਆ ਬਣੇ ਰਵੇ ਤੇ ਹਰ ਕੋਈ ਚਾਹੇਗਾ, ਇਸ ਅੰਦਰ ਤੇ ਕੋਈ ਗਲਤ ਨਹੀਂ ਹੈਗੀ। ਔਰ ਦੇਸ਼ ਦੇ ਗ੍ਰਹਿ ਮੰਤਰੀ ਨੇ ਵੀ ਗੱਲ ਕੀ ਕਿ ਅਸੀਂ ਇਸ ਤੇ ਸਾਲੋਂ ਤੋਂ ਚੱਲਦੇ ਆ ਰਹੇ ਨੇ, ਲੇਕਿਨ ਆਦੀ ਇਹਦੇ ਤੇ ਨਜ਼ਰ ਆ। ਮੈਨੂੰ ਲੱਗਦਾ ਇਸ ਤੋਂ ਜ਼ਿਆਦਾ ਤੇ ਇਹਦੇ ਅੰਦਰ ਕੋਈ ਗੱਲ ਹੈ ਨਹੀਂ। ਬਾਕੀ ਹੁਣ ਇਹਦੇ ਤੇ ਜਿੰਨਾ ਮਰਜ਼ੀ ਵਿਵਾਦ ਖੜਾ ਕਰ ਲਈਏ, ਜਿੰਨਾ ਮਰਜ਼ੀ ਸਵਾਲ ਜਵਾਬ ਕਰੇਗਾ। जी सिरसा जी, जो सवाल मेरे सहयोगी गगन कर रहे सी, हिंदू राष्ट्र बनाम खालिस्तान की जिहड़ी गल है कि खालिस्तान दा नारा लाउणा या खालिस्तान की गल करना या उसनूं लैके इकट्ठ करना, उसनूं लैके संघर्ष करना, जे उस ते पैनी नज़र बनी हुई है तो हिंदू राष्ट्र की गल करना जे गलत है तो उस ते असीं अजिहे बयान क्यों नहीं सुनते कि उस ते पैनी नज़र बनाई हुई है, या बीजेपी के आगू जो बोलते हैं तो उन्होंने रोकिया क्यों नहीं जाता? नहीं रोकिया जाता है। देखो कोई भी नहीं इस तरह चाहेगा, कोई इस तरह की ना कोशिश करता है ना कोशिश करते। पहली गल दोवां दा अंतर की आ कि देखो जेड़ी लोग वो भी गल करते ने, वो भी यही गल कह के गल करते हैं कि सानू बोलने का अधिकार है, लेकिन बोलने के अधिकार का मतलब ये नहीं है कि ਉਹਦਾ ਜ਼ਿਆਦਾ ਉਹਦੀ ਕਮਿਊਨਿਟੀ ਉਹਦੇ ਕਿਸੇ ਵੀ ਇੱਕ ਪੱਖ ਨੂੰ ਨੁਕਸਾਨ ਪਹੁੰਚਾ ਕੇ, ਮੰਨ ਲਓ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਕਿਤੇ ਨਾ ਕਿਤੇ ਜਿਹੜੇ ਅਸੀਂ ਮਿਨੋਰਟੀ 'ਚ ਬੈਠੇ ਹਾਂ ਸਾਡੀ ਵੀ ਤਾਂ ਠੇਸ ਪਹੁੰਚਦੀ ਹੈ ਨਾ। ਸਾਨੂੰ ਵੀ ਇਹ ਗੱਲ ਚੰਗੀ ਲੱਗਦੀ ਯਾਰ, ਅਸੀਂ ਵੀ ਇਸੇ ਮੁਲਕ ਦੇ ਹਿੱਸਾ ਹਾਂ। ਸੋ ਇਸੇ ਤਰੀਕੇ ਜਦੋਂ ਅਸੀਂ ਕੋਈ ਐਸੀ ਗੱਲ ਬੋਲਦੇ ਹਾਂ ਜਿਸ 'ਚ ਮਾਰਨ ਧਰਨ ਦੀ ਗੱਲ ਹੋਵੇ, ਦੂਜੇ ਨੂੰ ਨਹੀਂ ਚੰਗੀ ਲੱਗਦੀ। ਸੋ ਮੇਰੀ ਤਾਂ ਇਹ ਬੇਨਤੀ ਹੈ ਕਿ ਨਾ ਹੀ ਉਹ ਗੱਲ ਚੰਗੀ ਹੈ ਨਾ ਹੀ ਇਹ ਗੱਲ ਚੰਗੀ। ਆਖਰਕਾਰ ਅਸੀਂ ਇੱਕ ਮੁਲਕ ਦੇ ਅੰਦਰ, ਇਸ ਮੁਲਕ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੀਸਗੰਜ ਸਾਹਿਬ ਵਿਖੇ ਸ਼ਹਾਦਤ ਹੋਈ ਔਰ ਤਿਲਕ ਜਿਵੇਂ ਉਹਦੀ ਰੱਖਿਆ ਕਰਦੇ ਸ਼ਹਾਦਤ ਹੋਈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੰਨੀਆਂ ਵੱਡੀਆਂ ਜੰਗਾਂ ਇੱਥੇ ਲੜੀਆਂ ਔਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਇਸ ਪਵਿੱਤਰ ਸਥਾਨ ਤੇ ਹੋਈਆਂ। ਸੋ ਅਸੀਂ ਉਸ ਵੇਲੇ ਵੀ ਜਿਹੜੇ ਹੁਣੇ ਗੱਲ ਕਰ ਰਹੇ ਸੀਗੇ, ਦੇਖੋ ਲੜਨ ਨੂੰ ਕੋਈ ਮਿਸ਼ਨ ਹੋਵੇ ਉਹਦੇ ਪਿੱਛੇ ਲੜਨਾ ਔਰ ਮਰਨਾ ਵੀ ਜ਼ਰੂਰੀ ਆ। ਜ਼ਕਰੀਆ ਖਾਨ ਨਾਲ ਲੜਨਾ ਸੀ, ਲੜਨਾ ਤੇ ਮਰਨਾ ਜ਼ਰੂਰੀ ਸੀ। ਬਾਬਾ ਬੰਗੇਲ ਸਿੰਘ ਜੀ ਨੇ ਆ ਕੇ ਸਥਾਨ ਬਣਾਇਆ ਜ਼ਰੂਰੀ ਸੀ। ਲੇਕਿਨ ਜੇ ਆਪਾਂ ਉਹਨਾਂ ਦੀ ਮਿਸਾਲ ਦੇ ਨਾਲ ਲੈ ਕੇ ਜਿਹੜੀ ਗੱਲ ਅੱਜ ਆਪਾਂ ਮਿਸ਼ਨ ਲੈ ਕੇ ਚਲੇ, ਜੇ ਆਪਾਂ ਉਹਦੇ ਨਾਲ ਜੋੜ ਕੇ ਕਹਾਂਗੇ ਫਿਰ ਤੇ ਉਹੀ ਕਰ ਲੈਂਦੇ, ਫਿਰ ਸਾਡੀ ਲੋੜ ਹੀ ਨਾ ਪੈਂਦੀ। ਉਹਨਾਂ ਨੇ ਉਹਨੂੰ ਕਰ ਰੱਖਿਆ ਹੁੰਦਾ। ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਤੁਸੀਂ ਗੱਲ ਸਵਾਲ ਕੀਤਾ ਬਿਲਕੁਲ ਜਾਇਜ਼ ਗੱਲ ਆ। ਨਾ ਹੀ ਉਹੀ ਗੱਲ ਚੰਗੀ ਆ ਤੇ ਨਾ ਹੀ ਇਹ ਗੱਲ ਚੰਗੀ ਆ। ਆਖਰਕਾਰ ਅਸੀਂ ਇੱਕ ਮੁਲਕ ਦੇ ਅੰਦਰ ਸਾਰੇ ਫੁੱਲਾਂ ਦੇ ਪਲਵਾੜੇ ਵਰਗੂ ਰਹਿੰਦੇ। ਕਿਸੇ ਫੁੱਲ ਦਾ ਕੋਈ ਰੰਗ ਆ, ਕਿਸੇ ਫੁੱਲ ਦਾ ਕੋਈ ਰੰਗ ਆ, ਪਰ ਹਰ ਫੁੱਲ ਖੁਸ਼ਬੂ ਦਿੰਦਾ ਹੈ, ਆਪਣੇ ਤਰੀਕੇ ਨਾਲ ਦਿੰਦਾ ਹੈ। ਇਹ ਸਾਨੂੰ ਯਾਦ ਰੱਖਣਾ। ਬਹੁਤ ਬਹੁਤ ਸ਼ੁਕਰੀਆ ਸਿਰਸਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਪ੍ਰੋਫੈਸਰ ਮਹਿੰਦਰਪਾਲ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡਾ ਗੱਲਬਾਤ ਕਰਨ ਦੇ ਲਈ। ਸੋ ਦੋਵੇਂ ਆਗੂਆਂ ਦੇ ਨਾਲ ਅਸੀਂ ਗੱਲ ਕਰ ਰਹੇ ਸੀਗੇ ਔਰ ਕੇਂਦਰੀ ਗ੍ਰਹਿ ਮੰਤਰੀ ਦਾ ਇਹ ਬਿਆਨ ਹੈ ਜਿਸ ਤੋਂ ਬਾਅਦ ਇਹ ਸਾਰੀ ਚਰਚਾ ਹੋਈ ਔਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰੇਕ ਪਹਿਲੂ ਜਿਹੜਾ ਹੈਗਾ ਉਹ ਸਾਹਮਣੇ ਆ ਸਕੇ। ਬਿਲਕੁਲ ਗੱਲਬਾਤ ਕੀਤੀ ਹੈ। ਖਾਲਿਸਤਾਨ ਨੂੰ ਲੈ ਕੇ ਅਮਿਤ ਸ਼ਾਹ ਦਾ ਬਿਆਨ ਆਇਆ ਹੈ। ਇੱਕ ਵਾਰ ਬਿਆਨ ਸੁਣ ਲੈਂਦੇ ਆ ਕੀ ਕੁਝ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਸੀ। ये सालों से होता है, हम इस पर गंभीरता से वॉच बनाए रखे हुए हैं। पंजाब सरकार से भी हमारी चर्चाएं होती है, सभी एजेंसियों का कोऑर्डिनेशन अच्छा है। मुझे विश्वास है कि हम इसको पनपने नहीं देंगे। ये सालों से होता है, हम इस पर गंभीरता से वॉच बनाए रखे हुए हैं। पंजाब सरकार से भी हमारी चर्चाएं होती है, सभी एजेंसियों का कोऑर्डिनेशन अच्छा है। मुझे विश्वास है कि हम इसको पनपने नहीं देंगे। ये सालों से होता है, हम इस पर गंभीरता से वॉच बनाए रखे हुए हैं। पंजाब सरकार से भी हमारी चर्चाएं होती है, सभी एजेंसियों का कोऑर्डिनेशन अच्छा है। मुझे विश्वास है कि हम इसको पनपने नहीं देंगे।